ਦੋਸਤੋ ਅਮਰੀਕਾ ਤੋਂ ਅੱਜ 3 ਖਬਰਾਂ ਨੇ। 21 ਮਈ ਹੈ 2026 ਹੈ, ਜੁਮੇਰਾਤ ਦਾ ਦਿਨ ਹੈ ਯਾਨੀ ਥਰਸਡੇ ਵੇ। ਤਿੰਨੇ ਖਬਰਾਂ ਇਮੀਗ੍ਰੈਂਟਸ ਤੋਂ ਮੁਤਲਕਾ ਨੇ। ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਹੈ ਔਰ ਵੀਡੀਓ ਨੂੰ ਆਖਰ ਤੱਕ ਦੇਖਣਾ ਹੈ, ਤੁਹਾਡਾ ਫਾਇਦਾ ਹੀ ਹੋਏਗਾ। ਪਹਿਲੀ ਖਬਰ ਹੈ ਵੇ ਕਿ ਇੱਕ ਕਾਂਗਰਸ ਵੂਮਨ ਨੇ ਨੈਂਸੀ ਮੇਸ, ਉਹਨਾਂ ਨੇ ਇੱਕ ਨਵਾਂ ਬਿੱਲ ਮੁਤਾਰਫ ਕਰਾਇਆ, ਇੱਕ ਨਵਾਂ ਬਿੱਲ ਲੈ ਕੇ ਆ ਰਹੀਆਂ ਨੇ ਜਾਂ ਉਹ ਚਾਹੁੰਦੀਆਂ ਨੇ ਕਿ ਜੋ ਕਨਸਟੀਟਿਊਸ਼ਨ ਆਇਨ ਦੇ ਵਿੱਚ ਪਹਿਲੇ ਵੀ ਉਹਦੇ 'ਚ ਅਮੈਂਡਮੈਂਟ ਕੀਤੀ ਜਾਏ। ਉਹ ਅਮੈਂਡਮੈਂਟ ਕੀ ਹੈ? ਉਹ ਕਹਿੰਦੇ ਨੇ ਕਿ ਜੀ ਜਿਹੜਾ ਬੰਦਾ ਹੁਣ ਕਾਂਗਰਸ ਦਾ ਇਲੈਕਸ਼ਨ ਲੜਨਾ ਚਾਹੁੰਦਾ, ਯਾਨੀ ਹਾਊਸ ਦਾ ਇਲੈਕਸ਼ਨ ਲੜਨਾ ਚਾਹੁੰਦਾ, ਸੈਨੇਟ ਦਾ ਇਲੈਕਸ਼ਨ ਲੜਨਾ ਚਾਹੁੰਦਾ ਜਾਂ ਉਹ ਫੈਡਰਲ ਜੱਜ ਬਣਨਾ ਚਾਹੁੰਦਾ, ਉਹਦਾ ਅਮਰੀਕਾ 'ਚ ਪੈਦਾ ਹੋਣਾ ਜ਼ਰੂਰੀ ਏ। ਹੁਣ ਸਿਰਫ ਸਿਟੀਜ਼ਨ ਹੋਣਾ ਜ਼ਰੂਰੀ ਨਾ ਹੋਵੇ, ਉਹ ਅਮਰੀਕਾ 'ਚ ਪੈਦਾ ਹੋਇਆ ਹੋਵੇ। ਯਾਨੀ ਉਹ ਭਾਵੇਂ ਉਹਦੇ ਪੈਰੈਂਟਸ ਜਿਹੜੇ ਨੇ ਉਹ ਫਾਰਨਰ ਹੋਣ, ਲੇਕਿਨ ਉਹ ਖੁਦ ਅਮਰੀਕਾ 'ਚ ਪੈਦਾ ਹੋਏ। ਜਿਹੜਾ ਅਮਰੀਕਾ ਤੋਂ ਬਾਹਰ ਪੈਦਾ ਹੋਇਆ ਹੈ ਔਰ ਉਹ ਇੱਥੇ ਆ ਕੇ ਫਿਰ ਸਿਟੀਜ਼ਨ ਬਣ ਗਿਆ, ਉਹ ਹੁਣ ਕਾਂਗਰਸ ਦਾ ਇਲੈਕਸ਼ਨ ਨਾ ਲੜ ਸਕੇ, ਨਾ ਉਹ ਫੈਡਰਲ ਜੱਜ ਬਣ ਸਕੇ। ਇਹਦੇ ਮੁਤਲਕ ਉਹਨਾਂ ਦਾ ਆਰਗੂਮੈਂਟ ਹੈ ਕਿਉਂਕਿ ਪਹਿਲੀ ਜਨਰੇਸ਼ਨ ਜਿਹੜੀ ਆਉਂਦੀ ਹੈ ਉਹਨਾਂ ਦੀ ਲਾਇਲਟੀ ਡਿਵਾਈਡਡ ਹੁੰਦੀ ਹੈ, ਯਾਨੀ ਕਿ ਉਹਨਾਂ ਦਾ ਅੱਧਾ ਧਿਆਨ ਆਪਣੇ ਮੁਲਕ ਵੱਲ ਹੁੰਦਾ, ਅੱਧਾ ਇੱਧਰ ਹੁੰਦਾ। ਲੇਕਿਨ ਜਿਹੜੇ ਉਹਨਾਂ ਦੇ ਬੱਚੇ ਪੈਦਾ ਹੁੰਦੇ ਨੇ ਇਸ ਮੁਲਕ 'ਚ, ਉਹ 100% ਐਸੇ ਮੁਲਕ ਨੂੰ ਹੀ ਜਾਣਦੇ ਨੇ, ਇੱਥੇ ਹੀ ਉਹ ਵੱਡੇ ਹੁੰਦੇ ਨੇ, ਉਹਨਾਂ ਨੂੰ ਇਸ ਮੁਲਕ ਦਾ ਹੀ ਪਤਾ ਹੁੰਦਾ ਤੇ ਉਹਨਾਂ ਦੀ ਲਾਇਲਟੀ ਟੋਟਲੀ ਅਮਰੀਕਾ ਦੇ ਨਾਲ ਹੁੰਦੀ ਹੈ। ਇਹ ਇੱਕ ਮੇਨ ਵਜ੍ਹਾ ਉਹਨਾਂ ਨੇ ਦੱਸੀ ਹੈ। ਇਹ ਬਿੱਲ ਇਹ ਆਇਆ ਹੈ, ਇਹਦੇ ਵਿੱਚ ਜ਼ਾਹਰ ਹੈ ਕਿ ਇੱਕ ਬੜਾ ਮੁਸ਼ਕਿਲ ਬਿੱਲ ਹੈ। ਉਹਦੀ ਵਜ੍ਹਾ ਹੈ ਕਿ 26 ਦੇ ਤਕਰੀਬਨ ਲੋਕ ਐਸੇ ਨੇ ਜਿਹੜੇ ਆਲਰੇਡੀ ਫਾਰਨ ਬੋਰਨ ਅਮਰੀਕਨ ਕਾਂਗਰਸ ਦਾ ਹਿੱਸਾ ਨੇ ਔਰ ਇਹ 'ਚ 2/3 ਮੈਜੋਰਟੀ ਚਾਹੀਦੀ ਹੈ। ਇਹਦੇ ਵਾਸਤੇ 2/3 ਵੋਟ ਪੈਣਾ ਤੇ ਫਿਰ ਇਹ ਕੰਮ ਹੋ ਸਕਦਾ ਹੈ। ਤੇ ਇਹਦੇ ਹੱਕ 'ਚ ਵੀ ਬੜੇ ਲੋਕ ਗੱਲ ਕਰ ਰਹੇ ਨੇ, ਇਹਦੇ ਮੁਖਾਲਫ ਵੀ ਕਰ ਰਹੇ ਨੇ। ਦੇਖੋ ਹੁਣ ਇਹ ਬਿੱਲ ਅੱਗੇ ਕਿੱਥੋਂ ਤੱਕ ਜਾਂਦਾ ਹੈ, ਅਮੈਂਡਮੈਂਟ ਜਾਂਦੀ ਹੈ, ਇੱਥੇ ਰੁਕ ਜਾਂਦੀ ਹੈ ਜਾਂ ਇਹਦੇ ਤੇ ਕੋਈ ਜਾਨ ਪੈਂਦੀ ਹੈ, ਇਹ ਦੇਖਣ ਵਾਲੀ ਗੱਲ ਹੈ। ਦੂਸਰੀ ਖਬਰ ਬਹੁਤ ਹੀ ਇੰਪੋਰਟੈਂਟ ਖਬਰ ਹੈ ਲੱਖਾਂ ਇਮੀਗ੍ਰੈਂਟਸ ਵਾਸਤੇ। ਉਹ ਖਬਰ ਹੈ ਵੇ ਕਿ ਇਸ ਹਫਤੇ ਜਿਹੜਾ ਹਫਤਾ ਚੱਲ ਰਿਹਾ ਹੈ, ਤਕਰੀਬਨ 82 ਦੇ ਕਰੀਬ ਨਵੇਂ ਇਮੀਗ੍ਰੇਸ਼ਨ ਜੱਜਾਂ ਨੇ ਹਲਫ ਉਠਾ ਲਿਆ, ਓਥ ਲੈ ਲਈਏ। 82 ਜੱਜ ਇਕੱਠੇ ਹੀ ਐਡ ਕੀਤੇ ਗਏ ਨੇ ਇਮੀਗ੍ਰੇਸ਼ਨ ਦੇ ਵਿੱਚ। ਵਜ੍ਹਾ ਕੀ ਹੈ? ਕੇਸਾਂ ਨੂੰ ਤੇਜ਼ ਕਰਨ ਵਾਸਤੇ। ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਹੁਕੂਮਤ ਸੰਭਾਲੀ ਸੀ ਉਦੋਂ 700 ਇਮੀਗ੍ਰੇਸ਼ਨ ਜੱਜ ਸਨ, ਇਹਨਾਂ ਨੇ 100 ਜੱਜ ਕੱਢ ਦਿੱਤੇ ਸਨ। ਹੁਣ 600 ਜੱਜ ਰਹਿ ਗਏ। ਹੁਣ ਇਹਨਾਂ ਨੇ 82 ਜੱਜ ਨਵੇਂ ਲਿਆਂਦੇ ਨੇ। 77 ਜੱਜ ਜਿਹੜੇ ਨੇ ਉਹ ਅਗੇ ਨੇ ਮੁਸਤਕਿਲ, ਉਹ ਪਰਮਾਨੈਂਟ ਨੇ। 5 ਜਿਹੜੇ ਨੇ ਉਹ ਆਰਜ਼ੀ ਨੇ, ਉਹਨਾਂ ਨੇ ਹਲਫ ਉਠਾ ਲਏ ਨੇ। ਮਕਸਦ ਕੀ ਹੈ ਕਿ ਜਿੰਨੇ ਪੈਂਡਿੰਗ ਕੇਸ ਨੇ, ਰਿਮੂਵਲ ਦੇ ਨੇ, ਡਿਪੋਰਟ ਦੇ ਨੇ, ਹੇਅਰਿੰਗਾਂ ਨੇ, ਸਾਰੀਆਂ ਜਲਦੀ ਤੋਂ ਜਲਦੀ ਸੁਣੀਆਂ ਜਾਣ ਤਾਂ ਕਿ ਗੌਰਮੈਂਟ ਦਾ ਮੌਕਫ ਤੇ ਆਵੇ ਕਿ ਵੀ ਜਿਹਨਾਂ ਨੂੰ ਅਸੀਂ ਰਿਮੂਵ ਕਰਨਾ ਅਸੀਂ ਜਲਦੀ ਤੋਂ ਜਲਦੀ ਰਿਮੂਵ ਕਰੀਏ, ਡਿਪੋਰਟ ਕਰੀਏ। ਇਹਦੇ ਵਿੱਚ ਪਲੱਸ ਪੁਆਇੰਟ ਇਹ ਵੀ ਹੈ ਕਿ ਜਿਨ੍ਹਾਂ ਦੇ ਕੇਸ ਇੰਨੇ ਅਰਸੇ ਤੋਂ ਪੈਂਡਿੰਗ ਨੇ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਨੂੰ ਅਸਾਈਲਮ ਮਿਲੇ, ਉਹਨਾਂ ਦੇ ਕੇਸਾਂ ਦਾ ਫੈਸਲਾ ਹੋਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਅੱਗੇ ਗੁਜ਼ਾਰ ਸਕਣ। ਤੇ ਪਲੱਸ ਮਾਈਨਸ ਦੋਵਾਂ ਪਾਸੇ ਵੇ, ਕਿਸੇ ਨੂੰ ਜਲਦੀ ਰਿਮੂਵਲ ਦੇ ਵਿੱਚ ਪਾਇਆ ਜਾ ਸਕਦਾ ਹੈ ਔਰ ਕਿਸੇ ਦਾ ਜਲਦੀ ਫੈਸਲਾ ਹੋਏ ਤੇ ਉਹ ਗ੍ਰੀਨ ਕਾਰਡ ਵਾਲੇ ਪਾਸੇ ਜਾਏਗਾ ਔਰ ਉਹ ਆਪਣੀ ਜ਼ਿੰਦਗੀ ਅੱਗੇ ਸ਼ੁਰੂ ਕਰੇਗਾ। ਤੇ ਇੱਕ ਬੜਾ ਇੰਪੋਰਟੈਂਟ ਮੂਵ ਹੈਗੀ ਹੈ। ਇਹਦੇ ਨਾਲ ਹੁਣ ਤੁਹਾਨੂੰ ਇਮੀਗ੍ਰੇਸ਼ਨ ਕੇਸਾਂ ਦੀ ਹੇਅਰਿੰਗ, ਫੈਸਲਿਆਂ 'ਚ ਬਹੁਤ ਤੇਜ਼ੀ ਨਜ਼ਰ ਆਏਗੀ। ਅਗਲੇ ਕੁਝ ਹਫ਼ਤਿਆਂ 'ਚ ਇਹਦਾ ਰਿਜ਼ਲਟ ਆਉਣਾ ਸ਼ੁਰੂ ਹੋ ਜਾਏਗਾ। ਤੀਸਰੀ ਖਬਰ ਹੈ ਵੇ ਕਿ DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਪ੍ਰਪੋਜ਼ਲ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਡਿਪੋਰਟ ਕਰਨਾ ਹੈ ਉਹਨਾਂ ਨੂੰ $18,000 ਫਾਈਨ ਉਹਨਾਂ ਕੋਲ ਲਿਆ ਜਾਏ। ਪਹਿਲੇ ਇਹ ਫਾਈਨ ਕਿੰਨਾ ਹੁੰਦਾ? $5,000। ਅੱਛਾ, ਹੁਣ ਇਹ ਕਿਹਨਾਂ ਕੋਲ ਲਿਆ ਜਾਂਦਾ? ਸਾਰਿਆਂ ਕੋਲ ਹੀ ਲਿਆ ਜਾਂਦਾ ਹੈ। ਇਹ ਉਹਨਾਂ ਕੋਲ ਲਿਆ ਜਾਂਦਾ ਜਿਨ੍ਹਾਂ ਦੇ ਡਿਪੋਰਟ ਦਾ ਆਰਡਰ ਹੈ, ਰਿਮੂਵਲ ਦਾ ਆਰਡਰ ਹੈ, ਲੇਕਿਨ ਉਹ ਜਾ ਹੀ ਨਹੀਂ ਰਹੇ, ਉਹ ਕਿਧਰੇ ਗਾਇਬ ਹੋ ਗਏ ਨੇ, ਉਹਨਾਂ ਨੂੰ ਲੱਭਣਾ। ਜਦੋਂ ਲੱਭਦੇ ਨੇ, ਗ੍ਰਿਫਤਾਰ ਕਰਦੇ ਨੇ, ਆਈਸ ਜ਼ਾਹਰ ਜਾਂਦੀ ਹੈ, ਫਿਰ 5,000 ਸਮਥਿੰਗ ਉਹਦਾ ਫਾਈਨ ਹੈ ਉਹ ਪਾ ਦਿੰਦੇ ਨੇ। ਹੁਣ ਇਹ ਕਹਿੰਦੇ ਨੇ ਕਿ ਨਹੀਂ ਜੀ। ਔਰ ਦੂਜਾ ਕਿਹਨਾਂ ਲੋਕਾਂ ਨੂੰ ਪਾਉਂਦੇ ਨੇ? ਜਿਹੜੇ ਜਿਨ੍ਹਾਂ ਦੀ ਕੋਰਟ ਡੇਟ ਹੁੰਦੀ ਹੈ ਔਰ ਉਹ ਆਉਂਦੇ ਨਹੀਂ, ਐਬਸੈਂਟ ਹੋ ਜਾਂਦੇ ਨੇ, ਤੇ ਉਹਨਾਂ ਨੂੰ ਵੀ ਜ਼ਾਹਰ ਫਿਰ ਆਈਸ ਲੱਭਦੀ ਜਾ ਕੇ, ਉਹਨਾਂ ਨੂੰ ਇਹ ਫਾਈਨ ਪਾਉਂਦੇ ਨੇ। ਹੁਣ ਇਹ ਕਹਿੰਦੇ ਨੇ ਕਿ ਜੀ ਸਾਡੀ ਕੋਰਟ ਕਾਸਟ ਜਿਹੜੀ ਹੈ ਬਹੁਤ ਵੱਧ ਗਈ ਹੈ, ਅਸੀਂ ਅਦਾਲਤ ਚਾਹੁੰਦੇ ਹਾਂ, ਬੰਦਾ ਅੱਗੇ ਆਉਂਦਾ ਨਹੀਂ, ਸਾਡੇ ਰਿਸੋਰਸਿਸ ਯੂਜ਼ ਹੁੰਦੇ ਨੇ ਤੇ ਪੈਸੇ ਜ਼ਿਆਦਾ ਕਰੋ, 5,000 ਥੋੜਾ 18,000 ਕਰੋ। ਹੁਣ ਇਹਦੇ ਵਿੱਚ ਜ਼ਾਹਰ ਹੈ ਕਿ ਬੜੀ ਵੱਡੀ ਡਿਬੇਟ ਹੈ। ਇਹ ਪ੍ਰਪੋਜ਼ਲ ਹੈ, ਵਜ੍ਹਾ ਹੈ ਵੇ ਕਿ 18,000 ਬਹੁਤ ਵੱਡੀ ਰਕਮ ਹੈ। ਉਹ ਇਮੀਗ੍ਰੈਂਟ ਕਿੱਥੋਂ ਲੈ ਕੇ ਆਏਗਾ 18,000? ਉਹ ਵਿਚਾਰਾ ਤਾਂ ਅੱਗੇ ਹੀ ਜਾ ਰਿਹਾ। ਉਤੋਂ ਇਮੀਗ੍ਰੈਂਟ ਦੀਆਂ ਇੰਨੀਆਂ ਕਿੰਨੀਆਂ ਤਨਖਾਹਾਂ ਆਉਂਦੀਆਂ ਨੇ, ਉਹ ਸਪੈਸ਼ਲੀ ਉਹ ਇਮੀਗ੍ਰੈਂਟ ਜਿਹਦੇ ਕੋਲ ਡਾਕੂਮੈਂਟਸ ਹੀ ਨਹੀਂ ਹੈਗੇ, ਉਹ ਵਿਚਾਰਾ ਕਿਸ ਤਰ੍ਹਾਂ ਪਤਾ ਨਹੀਂ ਜ਼ਿੰਦਗੀ ਗੁਜ਼ਾਰ ਰਿਹਾ ਹੋਏਗਾ। ਹੁਣ ਇਹ ਤੇ ਕੁਝ ਪਤਾ ਨਹੀਂ, ਉਹ 18,000 ਉਹਦੇ ਕੋਲ ਲੈਣਾ ਵੀ ਤੇ ਬੜਾ ਵੱਡਾ ਇੱਕ ਮਸਲਾ ਹੈ। ਇਹਦੇ ਇਸ ਜਿਹੜਾ ਪ੍ਰਪੋਜ਼ਲ ਉਹਦੇ ਖਿਲਾਫ ਇਹ ਗੱਲ ਹੋ ਰਹੀ ਹੈ ਔਰ ਜਿਹੜਾ ਇਹਦੇ ਹੱਕ 'ਚ ਉਹ ਇਹ ਕਹਿ ਰਹੇ ਨੇ ਕਿ ਜੀ ਤਾਂ ਕਿ ਜਿਹੜਾ ਇੰਨਾ ਪੈਸਾ ਇਕੱਠਾ ਹੋਵੇ ਕਿ ਤਾਂ ਕਿ ਉਹ ਜਿਹੜਾ ਡਿਪੋਰਟੇਸ਼ਨ ਦੇ ਚਾਰਜਿਸ ਹੁੰਦੇ ਨੇ ਉਹਦੇ 'ਚ ਇੰਨਾ ਸਾਡੇ ਕੋਲ ਮਿਲੀਅਨਸ ਆਫ ਡਾਲਰ ਹੋਣੇ ਚਾਹੀਦੇ ਨੇ, ਅਸੀਂ ਉਹਨਾਂ ਨੂੰ ਯੂਜ਼ ਕਰੀਏ। ਤੇ ਦੋਵਾਂ ਪਾਸਿਓਂ ਪਲੱਸ ਮਾਈਨਸ ਗੱਲਾਂ ਚੱਲ ਰਹੀਆਂ ਨੇ। ਲੈਟਸ ਸੀ ਕੀ ਹੁੰਦਾ ਹੈ। ਹਾਂ, ਇਹ ਤਾਂ ਇੱਕ ਮਸਲਾ ਬਣ ਸਕਦਾ ਅਗਰ ਇਹ ਪ੍ਰਪੋਜ਼ਲ ਅਪਰੂਵ ਹੋ ਜਾਂਦੀ ਹੈ, $18,000 ਲੱਗ ਜਾਂਦਾ ਔਰ ਕੋਈ ਬੰਦਾ ਬਗੈਰ ਦਿੱਤਿਆਂ ਚਲਾ ਜਾਂਦਾ ਹੈ, ਤੇ ਜਦੋਂ ਫਿਰ ਉਹ ਨੈਕਸਟ ਟਾਈਮ ਕੋਈ ਵੀ ਵੇਵਰ ਲੈਣਾ ਚਾਹੇਗਾ ਜਾਂ ਇਮੀਗ੍ਰੇਸ਼ਨ ਅਪਲਾਈ ਕਰੇਗਾ ਤੇ ਇਹ ਉਹਦੇ ਰਿਕਾਰਡ ਤੇ ਆਏਗਾ ਜਿਹੜਾ ਉਹਦੇ ਵਾਸਤੇ ਮਸਲਾ ਖੜਾ ਕਰ ਸਕਦਾ ਹੈ। ਲੇਕਿਨ
ਇਹ ਇਹ ਪ੍ਰਪੋਜ਼ਲ ਹੈ। ਲੈਟਸ ਸੀ ਅਗਲੇ ਕੁਝ ਵੀਕਾਂ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕੀ ਹੋ ਰਿਹਾ। ਇਹ 3 ਖਬਰਾਂ ਸਨ। ਮੇਰਾ ਕੰਮ ਸਿਰਫ ਇਮੀਗ੍ਰੇਸ਼ਨ ਜਾਂ ਇਮੀਗ੍ਰੈਂਟਸ ਜਾਂ ਆਮ ਬੰਦਾ ਕੋਈ ਵੀ ਹੋਵੇ, ਭਾਵੇਂ ਉਹ ਅਮਰੀਕਨ ਬੋਰਨ ਹੋਵੇ, ਉਹਦੇ ਮੁਤਲਕ ਖਬਰ ਦੇਣਾ ਹੁੰਦਾ। ਮੈਂ ਸਿਆਸੀ ਖਬਰਾਂ ਨਹੀਂ ਦਿੰਦਾ, ਤੁਹਾਨੂੰ ਪਤਾ। ਮੈਂ ਸਿਰਫ ਆਪਣਾ ਇੱਕੋ ਹੀ ਰੱਖਿਆ ਸਿਸਟਮ ਜਿਹਦੇ ਨਾਲ ਕਾਮਨ ਬੰਦਾ, ਆਮ ਬੰਦਾ ਰਿਲੇਟਿਡ ਜਿਸ ਖਬਰ ਦੇ ਨਾਲ, ਉਹ ਖਬਰ ਦੋ। ਇਹ ਨਹੀਂ ਕਿ ਜੀ ਪ੍ਰੈਜ਼ੀਡੈਂਟ ਟਰੰਪ ਇੱਥੇ ਜਾ ਰਹੇ ਨੇ, ਵਾਈਸ ਪ੍ਰੈਜ਼ੀਡੈਂਟ ਨੇ ਇਹ ਕਿਹਾ। ਅਗਰ ਸਾਡੇ ਮੁਤਲਕ ਕਿਹਾ, ਆਵਾਮ ਦੇ ਮੁਤਲਕ ਕਿਹਾ, ਇਮੀਗ੍ਰੈਂਟਸ ਦੇ ਮੁਤਲਕ ਕਿਹਾ, ਫਿਰ ਤੁਹਾਨੂੰ ਦੱਸਾਂਗਾ। ਇੱਧਰ ਉੱਧਰ ਦੀਆਂ ਖਬਰਾਂ ਉਹ ਤੇ ਤੁਸੀਂ ਆਪ ਵੀ ਸੁਣਦੇ ਰਹਿੰਦੇ, ਤੁਹਾਨੂੰ ਪਤਾ ਲੱਗਦਾ ਰਹਿੰਦਾ। ਤੇ ਮੇਰੀ ਜਿਹੜੀ ਵੀ ਖਬਰ ਹੋਏਗੀ ਉਹ ਇਮੀਗ੍ਰੈਂਟਸ ਤੋਂ ਮੁਤਲਕ ਹੋਏਗੀ ਜਾਂ ਆਮ ਬੰਦੇ ਤੋਂ ਹੋਏਗੀ। ਥੈਂਕ ਯੂ ਸੋ ਮਚ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ।